ਹਾਂਜੀ ਵਿਦਿਆਰਥੀਓ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਵਾਗਤ ਹੈ ਜੀ ਤੁਹਾਡਾ ਅਖਾਣ ਅਖਾਵਤ ਕਹਾਵਤ ਵਾਲੀ ਕਲਾਸ ਦੇ ਵਿੱਚ। ਥੋੜ੍ਹਾ ਜਿਹਾ ਲੇਟ ਹੋ ਗਏ, ਇਸ ਕਰਕੇ ਥੋੜ੍ਹਾ ਜਿਹਾ ਦੇਖੋ ਜੀ, ਕਿਉਂਕਿ ਕੰਮ ਥੋੜ੍ਹੇ ਜਿਹੇ ਹੋਰ ਵੀ ਬਹੁਤ ਹੈ, ਕਿਉਂਕਿ +2 ਵਾਲਿਆਂ ਦੀਆਂ ਵੀ ਕਲਾਸਾਂ ਥੋੜ੍ਹੀਆਂ ਵੀ ਬਣਾ ਰਹੇ ਹਾਂ ਵੀ ਉਹਨਾਂ ਦੇ ਵਿਚਾਰਿਆਂ ਦਾ ਕੁਛ ਭਲਾ ਹੋ ਜਾਏ, ਕਿਉਂਕਿ ਸਮਾਈਲ 2 ਸਮਾਈਲ 3 ਇਹਦੇ ਵਿੱਚ ਕਲਾਸਾਂ ਕੋਈ ਨਹੀਂ ਆ ਰਹੀਆਂ ਪੰਜਾਬੀ ਵਾਲਿਆਂ ਦੀਆਂ। ਇਸ ਕਰਕੇ ਮੈਂ ਥੋੜ੍ਹਾ ਜਿਹਾ ਸੋਚਦਾ ਵੀ ਚਲੋ ਕਲਾਸਾਂ ਇਹ ਵੀ ਜ਼ਰੂਰੀ ਹੈ ਨਾ, ਕੰਮ ਹੁਣ ਸਾਰੇ ਹੀ ਜ਼ਰੂਰੀ ਹੈ। ਹੁਣ ਆਹ ਵੀ ਜ਼ਰੂਰੀ ਲੱਗੀ ਜਾਂਦਾ ਸੀਗਾ ਵੀ ਅਖਾਣਾਂ ਵਾਲੀ ਕਲਾਸ ਦਾ ਵਾਅਦਾ ਕੀਤਾ ਸੀਗਾ ਵੀ ਰੀਟ ਵਾਲਿਆਂ ਵਾਸਤੇ ਸਪੈਸ਼ਲੀ ਜਿਹੜੇ ਰੀਟ ਵਾਲੇ ਆ ਨਾ, ਆਹ ਜਿਹੜੇ ਰੀਟ ਵਾਲੇ, ਇਹਨਾਂ ਵਾਸਤੇ ਤਾਂ ਸਪੈਸ਼ਲੀ ਅਖਾਣਾਂ ਦੀ ਕਲਾਸ ਤਿਆਰ ਕਰੂੰਗਾ ਮੈਂ। ਹੁਣ ਇਹ ਹੈ ਜਿਹੜੀ ਅਖਾਣਾਂ ਵਾਲੀ ਅਖਾਵਤ ਵਾਲੀ ਕਲਾਸ ਹੈ, ਜਿਹੜੀ ਇਹ ਰੀਟ ਵਾਲਿਆਂ ਵਾਸਤੇ ਤਾਂ ਜ਼ਰੂਰੀ ਹੈਗੀ ਆ, ਅਤੇ 12ਵੀਂ ਵਾਲੇ ਜਿਹੜੇ ਆ ਉਹਨਾਂ ਦੇ ਸਿਲੇਬਸ ਦੇ ਵਿੱਚ ਵੀ ਅਖਾਣ ਹੈਗੇ ਆ। ਅਤੇ ਹੁਣ ਆਹ ਦੇਖੋ ਜੀ, ਮੈਂ ਜਿਹੜਾ ਆਪਣਾ ਪ੍ਰੈਕਟਿਸ ਸੈੱਟ ਆ ਨਾ, ਇਹਦੇ ਵਿੱਚ ਮਤਲਬ ਜਿਹੜੇ ਕੁਐਸਚਨ ਸੀਗੇ ਉਹਨਾਂ ਨੂੰ ਮੈਂ ਕਿਹਾ ਵੀ ਚਲੋ ਇਹ ਕਰਵਾ ਦਿੰਦੇ ਹਾਂ, ਤੁਹਾਡੇ ਅਖਾਣ ਕਲੀਅਰ ਹੋ ਜਾਣਗੇ ਸਾਰੇ। ਅਤੇ ਜੇ ਰੱਬ ਨੇ ਚਾਹਿਆ ਤਾਂ ਕੁਐਸਚਨ ਆ ਜਿਹੜਾ ਉਹ ਇਹਨਾਂ ਅਖਾਣਾਂ ਦੇ ਵਿੱਚੋਂ ਤੁਹਾਨੂੰ ਮਿਲ ਜੂਗਾ। ਦੇਖੋ ਜੀ, ਹੁਣ ਆਪਣੀ ਥਿਊਰੀ ਵਾਲੀ ਬੁੱਕ ਦੇ ਵਿੱਚ ਅਖਾਣ ਘੱਟ ਕਿਉਂ ਹੈ, ਇਹਦਾ ਕਾਰਨ ਕੀ ਸੀਗਾ? ਕਿਉਂਕਿ ਅਖਾਣਾਂ ਦੀ ਗਿਣਤੀ ਤਾਂ ਕੋਈ ਨਹੀਂ ਗੀ, ਗਿਣਤੀ ਦੇ ਵਿੱਚ ਤਾਂ ਆਏ ਨਹੀਂ ਅਖਾਣ ਕਦੇ, ਤੁਸੀਂ ਜਿੰਨੇ ਕਰ ਲਓ ਉਨੇ ਹੀ ਥੋੜ੍ਹੇ ਆ। ਇਸ ਕਰਕੇ ਆਪਾਂ ਕੁਝ ਇੱਕ ਗਿਣਤੀ ਦੇ ਹੁੰਦੇ ਆ, ਕੋਈ 50-60 ਹੈ ਜਿਨ੍ਹਾਂ ਦੀ ਮਤਲਬ ਕਿ ਐਗਜ਼ਾਮ ਦੇ ਵਿੱਚ ਆਉਣ ਦੀ ਸੰਭਾਵਨਾ ਬਹੁਤ ਜ਼ਿਆਦਾ ਰਹਿੰਦੀ ਹੈ। ਅਤੇ ਜੇ ਦੇਖੋ ਜੀ ਆਊਗਾ ਅਖਾਣ ਤਾਂ ਸਿੰਪਲ ਸਾਦਾ ਜਿਹਾ ਤੁਸੀਂ ਕਰ ਦੋਗੇ ਉਹਨੂੰ ਕਲੀਅਰ, ਅਤੇ ਜੇ ਮੰਨ ਲਓ ਉਹੋ ਜਿਹਾ ਆ ਗਿਆ ਫਿਰ ਸਾਰੇ ਇੱਕੋ ਜਿਹੇ ਹੋ ਜਾਓਗੇ ਤੁਸੀਂ। ਉਹ ਅਖਾਣਾਂ ਦਾ ਹੁੰਦਾ ਮਤਲਬ ਵੀ ਇੱਕ ਮਤਲਬ ਲਾਈਨ, ਇੱਕ ਸਤਰ ਦਿੱਤੀ ਹੁੰਦੀ ਹੈ ਜਿਹਦਾ ਮਤਲਬ ਕਿ ਸ਼ਾਬਦਿਕ ਅਰਥ ਹੋਰ ਹੁੰਦਾ, ਅੰਦਰੂਨੀ ਅਰਥ ਜਿਹਦਾ ਹੋਰ ਹੁੰਦਾ। ਹੁਣ ਜਿਵੇਂ ਕੋਈ ਮੰਨ ਲਓ ਚੰਗੀ ਚੀਜ਼ ਨਾ ਮਿਲੇ ਆਪਾਂ ਨੂੰ, ਅਤੇ ਕੋਈ ਉਹਦੀ ਥਾਂ 'ਤੇ ਜਿਵੇਂ ਨਿਕੰਮੀ ਚੀਜ਼ ਦੀ ਕਦਰ ਹੁੰਦੀ ਹੋਵੇ, ਆਪਾਂ ਉਹਦੇ ਵਾਸਤੇ ਅਖਾਣ ਵਰਤਦੇ ਹਾਂ, ਉਜੜੇ ਬਾਗਾਂ ਦੇ ਗਾਲੜ ਪਟਵਾਰੀ, ਵੀ ਬਾਗ ਉਜੜ ਗਏ ਅਤੇ ਉੱਥੋਂ ਦਾ ਪਟਵਾਰੀ ਹੈ ਜਿਹੜਾ ਉਹ ਗਾਲੜ ਨੂੰ ਬਣਾਤਾ। ਹੁਣ ਇਹਦੀ ਸ਼ਬਦਾਵਲੀ ਅਤੇ ਇਹਦੇ ਸ਼ਾਬਦਿਕ ਅਰਥਾਂ 'ਤੇ ਜਾਓਗੇ ਅਤੇ ਇਹ ਮਤਲਬ ਅਜੀਬ ਕਿਸਮ ਦਾ ਹਾਸਾ ਮਤਲਬ ਇੱਕ ਆਉਂਦਾ ਆਪਾਂ ਨੂੰ, ਪਰ ਕੀ ਹੈ ਵੀ ਅੰਦਰੂਨੀ ਅਰਥ ਹੈ ਜਿਹੜਾ ਇਹਨਾਂ ਦਾ ਹੋਰ ਹੁੰਦਾ ਹੈ। ਸੁਣਦੇ ਹਾਂ ਜੀ। ਦੇਖੋ ਜੀ, ਕੁਐਸਚਨ ਰੱਖਦਾ ਮੈਂ, ਜਲਦੀ ਦੇ ਨਾਲ ਕੁਐਸਚਨ ਪੁੱਟ ਕਰਦਾ ਤੁਹਾਡੇ ਸਾਹਮਣੇ। ਉਹ ਦਿਨ ਡੁੱਬਾ ਜਦ ਘੋੜੀ ਚੜ੍ਹਿਆ ਕੁੱਬਾ, ਅਖਾਣ ਦਾ ਕੀ ਅਰਥ ਹੈ ਜੀ? ਦੇਖੋ ਇਹ 4 ਆਪਸ਼ਨ ਹੈ ਕਿ ਨਕਾਰੇ ਬੰਦੇ ਤੋਂ ਕੋਈ ਆਸ ਨਹੀਂ ਰੱਖਣੀ ਚਾਹੀਦੀ, ਕੁੱਬੇ ਬੰਦੇ ਲਈ ਘੋੜੀ 'ਤੇ ਚੜ੍ਹਨਾ ਔਖਾ ਹੈ, ਦਿਨ ਡੁੱਬ ਜਾਣ 'ਤੇ ਘੋੜੀ ਉੱਪਰ ਨਹੀਂ ਚੜ੍ਹਨਾ ਚਾਹੀਦਾ, ਜਾਂ ਸ਼ਾਮ ਦੇ ਸਮੇਂ ਘੋੜੀ 'ਤੇ ਚੜ੍ਹਨਾ ਸ਼ੁਭ ਹੁੰਦਾ ਹੈ। ਇਹ ਹੈ ਕੁਐਸਚਨ ਪੁੱਛਣ ਦਾ ਇੱਕ ਤਰੀਕਾ। ਵੀ ਕਵੀ ਕੀ ਕਰੇ ਵੀ ਅਖਾਣ ਦੇ ਦੇਵੇ ਅਤੇ ਪੁੱਛ ਲਵੇ ਵੀ ਇਸ ਅਖਾਣ ਦਾ ਅਰਥ ਕੀ ਹੈ। ਪਹਿਲਾ ਆਪਸ਼ਨ ਹੈ ਨਕਾਰੇ ਬੰਦੇ ਤੋਂ ਕੋਈ ਆਸ ਨਹੀਂ ਰੱਖਣੀ ਚਾਹੀਦੀ, ਵੀ ਉਹ ਦਿਨ ਡੁੱਬਾ, ਵੀ ਉਹ ਦਿਨ ਨਹੀਂ ਆਉਂਦਾ, ਡੁੱਬਾ ਮਤਲਬ ਡੁੱਬ ਗਿਆ, ਉਹ ਦਿਨ ਨਾ ਆਊਗਾ ਵੀ ਜਿੱਦਣ ਤੁਸੀਂ ਕੁੱਬੇ ਬੰਦੇ ਨੂੰ ਘੋੜੀ 'ਤੇ ਚੜ੍ਹਦੇ ਨੂੰ ਦੇਖ ਲਓਗੇ। ਇਸ ਕਰਕੇ ਕੀ ਹੈ ਕਿ ਉਹ ਦਿਨ ਡੁੱਬਾ ਜਦ ਘੋੜੀ ਚੜ੍ਹਿਆ ਕੁੱਬਾ, ਇਹ ਅਖਾਣ ਦਾ ਅਰਥ ਕੀ ਹੈ ਕਿ ਅੰਦਰ ਕੋਈ ਯੋਗਤਾ ਨਾ ਹੋਣੀ, ਨਕਾਰੇ ਬੰਦੇ ਤੋਂ ਆਪਾਂ ਕਿਸੇ ਪ੍ਰਕਾਰ ਦੀ ਕੋਈ ਆਸ ਨਹੀਂ ਰੱਖ ਸਕਦੇ। दूसरा प्रश्न देखो, दूसरा सवाल आपकी स्क्रीन पर ये रहा। किसी आदमी ਦਾ ਹਰ ਥਾਂ 'ਤੇ ਤੁਰਦੇ ਫਿਰਦੇ ਨਜ਼ਰ ਆਉਣ ਦੇ ਭਾਵਾਂ ਨੂੰ ਪ੍ਰਗਟ ਕਰਨ ਲਈ ਕਿਹੜਾ ਅਖਾਣ ਵਰਤਦੇ ਹਾਂ? ਵੀ ਆਪਾਂ ਨੂੰ ਪਤਾ ਵੀ ਕੋਈ ਬੰਦਾ ਹਰ ਥਾਂ 'ਤੇ ਤੁਰਦਾ ਫਿਰਦਾ ਨਜ਼ਰ ਆਉਂਦਾ, ਮੰਨ ਲਓ ਆਪਾਂ ਉਹਦੇ ਵਾਸਤੇ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ। ਹੁਣ ਇਹ ਅਖਾਣ ਹੈ ਜਿਹੜਾ, ਇਹ ਤਰੀਕਾ ਦੇਖ ਲਓ ਕਿਵੇਂ ਆ ਵੀ ਉਹ ਜਿਵੇਂ ਭਾਗੋ ਨਾਂ ਦੀ ਕੋਈ ਇਸਤਰੀ ਸੀਗੀ ਪਿੰਡ 'ਚ, ਅਤੇ ਉਹ ਮੰਨ ਲਓ ਵੀ ਕਿਸੇ ਕੋਲ ਵੀ ਜਾ ਕੇ ਖੜ੍ਹ ਜਾਂਦੀ ਸੀ, ਮਤਲਬ ਪਿੰਡ ਦੇ ਵਿੱਚ ਉਹਦਾ ਮਾਹੌਲ ਐਵੇਂ ਦਾ ਸੀਗਾ। ਅਤੇ ਉਹ ਜਿਵੇਂ ਕੋਈ ਆਇਆ ਮਿਲਣ ਬਾਹਰੋਂ, ਉਹ ਕਹਿੰਦਾ ਵੀ ਭਾਗੋ ਕਿੱਥੇ ਆ, ਅਤੇ ਉਹ ਮਤਲਬ ਕਿਸੇ ਨੇ ਕਿਹਾ ਵੀ ਇੱਥੇ, ਵੀ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖੜੀ, ਉਹ ਕਹਿੰਦਾ ਵੀ ਇੱਥੇ ਕਿਹੜੀ ਗਲੀ ਹੈ ਇਸ ਪਿੰਡ ਦੀ ਜਿੱਥੇ ਭਾਗੋ ਨਾਂ ਦੀ ਜਨਾਨੀ ਨਹੀਂ ਆਈ। ਸੋ ਇਸ ਕਰਕੇ ਕਹਿ ਦਿੱਤਾ। ਅਤੇ ਉਹ ਇੱਕ ਹੁੰਦਾ ਨਾ, ਇੱਕ ਹੋਰ ਵੀ ਹੈ ਇਹਦੇ ਨਾਲ ਮਿਲਦਾ ਜੁਲਦਾ ਅਖਾਣ ਵੀ ਹੈ ਇੱਕ ਹੋਰ, ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖੜੀ ਦਾ ਮਿਲਦਾ ਜੁਲਦਾ ਅਖਾਣ ਹੈ, ਹਰ ਮਸਾਲੇ ਪਿੱਪਲਾ ਮੂਲ, ਵੀ ਕੋਈ ਵੀ ਮਸਾਲਾ ਬਣਾ ਲਓ ਉਹਦੇ ਵਿੱਚ ਪਿੱਪਲਾ ਮਸਾਲਾ ਜਿਹੜਾ ਉਹ ਪਾਇਆ ਹੀ ਜਾਂਦਾ ਹੈ ਪੱਕਾ ਹੀ। ਉਹੀ ਗੱਲ ਹੋ ਗਈ ਨਾ, ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ। ਹੁਣ ਜਿਵੇਂ ਇਹਦੇ ਆਪਸ਼ਨ ਦੇਖ ਲਓ, ਜਿਹੜੇ ਪਹਿਲੇ ਆਹ ਸਹੀ ਆਪਸ਼ਨ ਸੀਗਾ, ਦੂਜੇ 3 ਗਲਤ ਆਪਸ਼ਨ, ਇਹਨਾਂ ਦੀ ਵਿਆਖਿਆ ਵੀ ਕਰ ਦਿੰਦਾ ਮੈਂ। ਉਹ ਫਿਰੇ ਨੱਥ ਕਢਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ। ਹੁਣ ਇਹਦੇ ਵਿੱਚ ਦੇਖ ਲਓ ਵੀ ਜਿਵੇਂ ਇੱਕ ਧਿਰ ਹੈ ਜਿਹੜੀ ਉਹ ਦੂਜੀ ਪਾਸੋਂ ਲਾਭ ਦੀ ਆਸ ਰੱਖੇ, ਅਤੇ ਦੂਜੀ ਹੈ ਜਿਹੜੀ ਉਹਦਾ ਮਤਲਬ ਕਿ ਨੁਕਸਾਨ ਕਰਨਾ ਚਾਹੇ। ਇੱਕ ਧਿਰ ਤਾਂ ਕਹੇ ਵੀ ਚਲੋ ਲਾਭ ਹੋ ਜਾਵੇ ਯਾਰ ਵਧੀਆ ਗੱਲ ਹੈ, ਅਤੇ ਦੂਜੀ ਸੋਚੇ ਵੀ ਨਹੀਂ ਨੁਕਸਾਨ ਹੋ ਜਾਏ ਤਾਂ ਕੋਈ ਗੱਲ ਨਹੀਂ। ਹੁਣ ਜਿਵੇਂ ਹੁਣ ਇਹਦੇ ਸ਼ਾਬਦਿਕ ਅਰਥਾਂ 'ਤੇ ਜਾਓ ਕਿਵੇਂ ਆ। ਉਹ ਫਿਰੇ ਨੱਥ ਕਢਾਉਣ ਨੂੰ, ਨੱਥ ਹੈ ਜਿਹੜਾ ਉਹ ਨੱਕ ਦੇ ਵਿੱਚ ਪਾਉਣ ਵਾਲਾ ਗਹਿਣਾ ਹੈ,
भी मान लो एक धिर तो कहती है भी चल तू एवें करी भी तेरे मतलब तेरे नक वास्ते मैं नत्थ कढ़वा दिना, एक बंदा कहे तो दूसरा मतलब जिहदे वास्ते कढ़वा के देनी आ वो कहे नहीं मैं तो आपदा नक ही वढ़ा लेना भी मैं आपदी जा जाती करा लेनी है। फिर वो की होया भी एक बंदा तो सोचता भी चल तेरा फायदा हो जे भी मतलब नत्थ कढ़ा के देना, नत्थ कढ़वा के देना मतलब सुनियार तो नथनी बनवा के देना। हुण बनवा के देना वो कहता भी चलो तेरा भला हो जे, वो अगों कहता नहीं मैं भला नहीं करवाउणा, वो अगों की करे भी नुकसान हो जे भावें, वो नुकसान वास्ते की कहता वो फिरे नक वढाउण नूं, वो कहता मेरा भावें नक वढिया जाए क्योंकि नथनी है जिहड़ी वो कद कित्थे पाउणी है, नक 'च ही तां पाउणी है ना नथनी। इस करके वो कहता भी मैं आपदा नक वढा लूँगा पर नत्थ नहीं पवाऊँगा। उन्हें वो कहते हुंदे ना भी वो मतलब भी जिवें वो फिरे नत्थ कढ़ाउण नूं, वो फिरे नक वढाउण नूं भी मतलब नुकसान करवा लूँगा मैं अपना। वादड़ियाँ सजादड़ियाँ निभण सिरां दे नाल दूजा ऑप्शन इहदे च दित्ता सीगा भी मतलब की है भी आदतां ना जिहड़ियां वो नहीं जांदियां, कई आदतां बंदे दे ब्लड दे विच हुंदियां उहनूं बंदा मरदे दम तक नहीं छड्डदा। इहदा मतलब यह है वादड़ियाँ सजादड़ियाँ निभण सिरां दे नाल, वो सिरां दे नाल सिर लथ जावे भावें पर वो चीज़ां नाल ही निभदियां। वारिस शाह ना आदतां जांदियां ने भावें कट्टिए पोरियां पोरियां जी। ये भी है जिहड़ा एक अखाणा दे इक्को ही अर्थ निकलते हैं, वादड़ियाँ सजादड़ियाँ निभण सिरां दे नाल ते एक होर जिहड़ा वारिस शाह ना आदतां जांदियां ने भावें कट्टिए पोरियां पोरियां जी। एक तीजा ऑप्शन मैं दिता सी वेले दी नमाज कुवेले दियां टक्करां। कुवेला वेले दा विरोधी शब्द है कुवेला, मतलब कोई काम टाइम सिर होना तो एक काम टाइम सिर ना होना। हुण इहदे विच की है भी आपां नूं हर काम है जिहड़ा वो समय सिर करना चाहिए भी जे नमाज दे हुण नमाज दे 5 वक्त 5 वक्त फिक्स किए हुए आ तो जे मान लो भी फिक्स टाइम लंघ गया नमाज का तो उस तो बाद नमाज की तो वो फिर मतलब कहता भी किसी काम नहीं, इस करके टाइम सिर हर काम। इत्थे उदाहरण नमाज का लिया है, समझाया की है भी हर काम आपां नूं समय सिर करना चाहिए है। हुण देखो जी उल्टी वाड़ खेत नूं खाए अखाण तो की भाव है, जदों रखवाला ही खेत का नुकसान करे। वही है ना उल्टी वाड़ खेत नूं खाए। अच्छा एक होर तुसीं पढ़दे आ उल्टा चोर कोतवाल नूं डांटे, एक ये भी अखाण पढ़ते हैं ना। हुण आ दोवें नेड़े नेड़े सीगे, मैं कहा चलो इन्हां नूं इकट्ठिआं नूं समझा दांगे। उल्टी वाड़ खेत नूं खाए, ਇਹਦਾ अर्थ तो यह है भी जदों रखवाला ही खेत का नुकसान कर दे, खेत तो मतलब दूजी कोई होर भी चीज़ हो सकती है, दूजे शब्दों के विच जदों रखवाला ही चीज़ का नुकसान कर दे आपां उदों कहने आ उल्टी वाड़ खेत नूं खाए। पर जदों की है भी कोई दोषी आप होवे तो मतलब की है दोषी हुंदियां होया भी मतलब दोष किसी नूं ठहरावे, उहदे वास्ते आपां कहने आ उल्टा चोर कोतवाल नूं डांटे। अगला प्रश्न सुनो। अगला प्रश्न आपकी मोबाइल स्क्रीन पर यह रहा, जदों अपना काम ना कर सकना अते कसूर दूजे सिर मढ़ देना, उहदे वास्ते आपां किहड़ा अखाण वरतदे हां। देखो जी इहदा सही ऑप्शन है मतलब कि जदों अपना काम ना कर सकना तो कसूर दूजे ते ठहरा देना, उहदे वास्ते आपां कहने आ उठ ना सकां फिट्टे मूँह गोडियां दा। एवें ही है ना भी आपां कहने आप कुचज्जी वेड़े नूं दोष, एक होर भी अखाण है ना। हुण इहदे विच की आ उठ ना सकां फिट्टे मूँह गोडियां दा, भी हुण की आ उठिया तो आप तो नहीं जाता तो मतलब गोडियां नूं मतलब दोष देई जाना। उद्यम अगे हुण अगले ऑप्शन सुन लो, सही ऑप्शन तुहानूं दसता, जिहड़े गलत 3 ऑप्शन आ उन्हां दी व्याख्या भी सुन लो। उद्यम अगे लक्ष्मी पखे अगे पाउण, इहदा अर्थ है भी जदों मान ला कोई काम तो बंदा निराश हो जाए आपां उहनूं काम दा उद्यम का मतलब उद्यम का लाभ दस्सण वास्ते भी नहीं तू कर, तू उद्यम करेगा तो तेनू फल मिलूगा, इस चीज़ दर्शाउण वास्ते आपां इस अखाण की वरतों करते हैं। उद्यम अगे लक्ष्मी पखे अगे पाउण, जिवें पखे दे अगे बैठांगे तो पाउण हवा आऊगी, उवें ही उद्यम मतलब कामकार करांगे तो लक्ष्मी पैसा मिलूगा, पैसा ही पैसा होगा बाबू भैया। हुण देख लो एक ऑप्शन होर आ उठ ना कुद्दे बोरे कुद्दे, ਇਹਦਾ अर्थ सुन तो पहला एक ਇਹਦੇ वर्गा अखाण होर सुन लो, उठ ना कुद्दे बोरे कुद्दे। दूसरा ਇਹਦਾ अखाण है मुद्दा ही सुस्त गवाह चुस्त। इन्हां दोवां का अर्थ इक्को ही बनता है भी असली हकदार तो चुप रहे तो दूजा एवं ही रौला पाई जाए। हुण उठ ना कुद्दे बोरे कुद्दे, हुण इहदी इमेज बनाओ अपने दिमाग दे विच भी मान लो भी रेगिस्तान च ऊँट तुरिया जांदा, उहदे उपर रखे बोरे
बोरे भरे आ किसी चीज़ के, तो मतलब ओठा आप आपदी मस्ती वाली चाल ते तुरया जाता, तो उपर जिहड़े बोरे उहदे रखे आ तो वह मतलब है उछलन, तो वह मतलब उठ तो मस्ती ना तुरया जाए, तो उतले बोरे आ जिहड़े उछलन। हुण दूसरा वेख लो अखाण, मुद्दा ही सुस्त गवाह चुस्त। मुद्दा ही हुंदा है जिहड़ा बंदा मुद्दे नाल संबंधित होवे, उहनूं कहंदे आ मुद्दा, मतलब जिहदे नाल घटना वापरी होवे, मुद्दा ही सुस्त गवाह चुस्त। तो जिहड़ा गवाह जिहड़ा मतलब वो मुद्दे ते लग्या उहनूं कहा गया भी चुस्त। हुण जिहड़े नाल ते घटना होई आ वो कहे भी चलो छड्डो परां, की इस केस दा आपां नूं की लैणा, पर गवाह कहे नहीं नहीं तू लड़, आपां इन्हां नूं विखाउणा, आपां इन्हां नूं दिने तारे विखाउणे आ। इहनूं कहा जांदा भी जदों मान ला असली हकदार तां चुप आ, हुण उत्थे असली हकदार कौन है? ऊठ। ऊठ का मतलब आराम नाल तुरया जांदा, ते असली हकदार चुप, दूसरा एवें रौला पाई जांदा, ते ऊठ दे उत्ते जिहड़े लद्दे बोरे आ वो एवें कुद्दी जांदे आ। उठ ना कुद्दे बोरे कुद्दे। अर्थ समझ च आया? अन्नी कुकड़ी खसखस दा चोगा, इहदा अर्थ है भी मूर्ख आदमी नूं कोई कीमती चीज़ सौंप देनी। आप उदों कह दें भी अन्नी कुकड़ी खसखस दा चोगा। हुण की है भी जिहड़ी कुकड़ी मुर्गी आ वो अन्नी है, उन्होंने दींदा नहीं है, ठीक है, दींदा नहीं है, तो उत्तों खसखस जिहड़ी हुंदी है पोस्त दाणा जिन्हों कह दें वो किन्ना बरीक हुंदा, वो सिरता उहदे अगे, वो किवें चुग लूगा बेचारा, एक अन्ना है ना, तो उत्तों मतलब की है भी उत्तों खसखस दा चोगा पाता उन्होंने। समझ आ रही है गल तुहाडे? किसी चीज़ की लोड़ खत्म होने तो बाद वो चीज़ मिले तो आप किहड़ा अखाण वरतते हैं जी? देखो वो वास्ते आप अखाण वरतते हैं, ईद पिछों तंबा फूकना है। हुण इहदे विच ईद लिखिया, एक तंबा हुंदा है। तंबा जिहड़ा इहदा शाब्दिक अर्थ है भी ईद ते पाउण वाले जिहड़े मुसलमान लोग ने वो ईद ते एक स्पैशल कपड़े पाउंदे ने, उन्हां नूं कहा जांदा है तंबा। हुण जिवें मान लो कोई चीज़ की लोड़ खत्म हो जाए, उस तो बाद आपां नूं वो चीज़ मिले, उहदे वास्ते आपां अखाण वरतते हैं, ईद पिछों तंबा फूकना है। भी मान लो कोई बंदा सीगा, कोई मुसलमान वीर सीगा, वो ईद ते मान लो ईद के नेड़े उन्हें दर्जी नूं दिते होने कपड़े सीण वास्ते, दर्जी ने भी सीते नहीं, तो उन्होंने कहता भी दे भी मेरे कपड़े, जो मेरा तंबा जो वो सीता कि नहीं, तो वो कहता भी नहीं सीता। फिर अगों उन्होंने कहता भी ईद पिछों तंबा फूकना है, भी जो मेरी ईद जी लंघ गई जो उस तो बाद मैं वो तंबा जो सूट की मैं फूकना है, उन्होंने मैं फिर अग लानी है, भी जो मेरा मतलब मौके पर काम ना आया। ये सीगा इहदा सही ऑप्शन। गलत ऑप्शन सुन लो, एक निंबू ते पिंड भुस्सियां दा, भी हुण एक निंबू ते पिंड भुस्सियां दा, इहदा अर्थ है जदों चीज़ तो होवे थोड़ी ते ग्राहक होण ज़्यादा उहदे वास्ते ये भुस्से शब्द लिखिया। भुस्सा हुंदा जिहड़ा बंदा खून की कमी का शिकार होवे, है ना, खून की कमी का शिकार होवे तो उन्होंने डॉक्टर दसदे आ भी तू विटामिन सी खा, वध तो वध विटामिन सी तेरे अंदर जाना चाहिए, तो विटामिन सी काहदे विच है? निंबू दे विच है ना। इस करके एक निंबू ते पिंड भुस्सियां दा। एक नूं रोनीए ऊत गया ही आवा, ऊत का मतलब होंदा मूर्ख होवे, कोई ना समझ, उन्होंने कहा गया जदों घर जां टोली दे सारे बंदे माड़े हो जाण, घर दे जां टोली दे सारे बंदे माड़े हो जाण, उदों आपां इस अखाण की वरतों करते हैं। किहड़े दी? एक नूं रोनीए ऊत गया ही आवा, भी तू एक नूं की रोनी आ, इत्थे तां सारे दा सारा टब्बर ही निकम्मा हो गया, सारे दा सारा टब्बर ही मूर्ख हो गया। इट चुकदे नूं पत्थर तैयार, मतलब कि जे तुसी किसी नाल मंदा करोगे तो अगों कौन लिहाज करता है ना। मान लो आप किसी वास्ते इट चक्कीए तो अगला अगों पत्थर चक ले, अगों दुगना होकर जवाब देवे। साइयां किते वधाइयां किते। अगला क्वेश्चन, नैक्सट क्वेश्चन, जिहदा क्वेश्चन आ सही सी पहला, उन्होंने मिल गया, ਉਹਦੇ मतलब की है भी वो 1 करोड़ रुपया जित चुके जो उन्होंने कदे नहीं मिलेगा। साइयां किते वधाइयां किते, ध्यान ना पढ़ दो इनू, 1-2 प्रश्न आ जाएंगे, नौकरी लग गए, करोड़ां वाले ना होंगे, लखां वाले हो जाओगे। साइयां किते वधाइयां किते अखाण तो की भाव है? ਇਹਦਾ आंसर है बी, इकरार किसी होर नूं करना ते काम किसी होर दा कर देना। ਇਹਨੂੰ ਕਿਹਾ ਜਾਂਦਾ ਸਾਈਆਂ ਕਿਤੇ ਤੇ ਵਧਾਈਆਂ ਕਿਤੇ, भी काम इकरार किसी होर नूं कर लिया, साई किसी होर नूं नाती साई लाउणी। साई लाउणी मतलब की है भी भाई मैं तेरा काम कर दूँगा, इनू कहा जाता साई लाउणी। साइयां किते वधाइयां किते। ਇਹਦਾ एक होर भी है कुड़कुड़ किते ते आंडे किते। कुड़कुड़ का मतलब कुकड़ी, कुकड़ी किते होवे ते आंडे किते होण, है ना। इकरार किसी होर नूं करना ते काम किसी होर दा कर देना। अंदरों होर बाहरों होर दे भाव प्रगट करने लई किहड़ा अखाण वरतिया जाता है? देखो जी, अंदरों होर होवे जिहड़ा ते बाहरों होर होवे,
ਉਹਦੇ ਵਾਸਤੇ ਆਪਾਂ ਵਰਤਦੇ ਹਾਂ ਅਖਾਣ ਸ਼ਕਲ ਮੋਮਨਾ ਕਰਤੂਤ ਕਾਫਰਾਂ। ਮੋਮਨ ਜਿਹੜਾ ਹੁੰਦਾ ਇਸਲਾਮ ਨੂੰ ਮੰਨਣ ਵਾਲਾ, ਜਿਹੜਾ ਇੱਕ ਮੁਸਲਮਾਨ ਆ ਉਹਨੂੰ ਕਿਹਾ ਜਾਂਦਾ ਮੋਮਨ। ਤੇ ਜਿਹੜਾ ਕਾਫਰ ਹੈ, ਮੋਮਨ ਤੇ ਕਾਫਰ ਦੋਵੇਂ ਇੱਕ ਦੂਜੇ ਦੇ ਵਿਰੋਧੀ ਸ਼ਬਦ ਹੈ। ਤੁਸੀਂ ਕਹਿ ਸਕਦੇ ਹੋ ਵੀ ਮੋਮਨ ਹੈ ਜਿਹੜਾ ਉਹਦਾ ਮਤਲਬ ਹੈ ਆਸਤਿਕ, ਤੇ ਕਾਫਰ ਦਾ ਜਿਹੜਾ ਅਰਥ ਹੈ ਉਹ ਹੈਗਾ ਨਾਸਤਿਕ। ਬਾਹਰੋਂ ਚੰਗਾ ਹੋਵੇ ਜਿਹੜਾ ਕੋਈ, ਅੰਦਰੋਂ ਖੋਟਾ ਹੋਵੇ, ਉਹਦੇ ਵਾਸਤੇ ਆਪਾਂ ਕਹਿ ਦਿੰਦੇ ਹਾਂ ਸ਼ਕਲ ਮੋਮਨਾ ਕਰਤੂਤ ਕਾਫਰਾ, ਮੁਖ ਮੇ ਰਾਮ ਬਗਲ ਮੇ ਛੁਰੀ। ਹੋ ਗਿਆ ਜੀ ਕਲੀਅਰ ਆ। ਹੁਣ ਇਹਦੇ ਜਿਹੜੇ ਇਹ ਸਹੀ ਆਪਸ਼ਨ ਸੀ ਇਹਦਾ, ਤੇ ਦੂਸਰੇ ਆਪਸ਼ਨ ਸੁਣ ਲਓ। ਸਖੀ ਨਾਲੋਂ ਸੂਮ ਚੰਗਾ ਜੋ ਤੁਰਤ ਦੇਵੇ ਜਵਾਬ। ਹੁਣ ਦੇਖ ਲਓ, ਸਖੀ ਤੇ ਸੂਮ ਦੋ ਅਰਥ ਆਏ ਆ। ਸਖੀ ਦਾ ਵਿਰੋਧੀ ਸ਼ਬਦ ਵੀ ਹੈ ਸੂਮ, ਤੁਸੀਂ ਪੜ੍ਹਿਆ ਹੋਊਗਾ। ਹੁਣ ਸੁਣ ਲਓ ਵੀ ਸਖੀ ਜਿਹੜਾ ਕਹਿੰਦੇ ਆ, ਸਖੀ ਹੁੰਦਾ ਖੁੱਲ੍ਹ ਦਿਲਾ, ਦਾਨੀ, ਜਿਹੜਾ ਖੁੱਲ੍ਹ ਕੇ ਦਾਨ ਕਰਨ ਵਾਲਾ, ਉਹਨੂੰ ਕਹਿ ਦਿੰਦੇ ਆ ਸਖੀ। ਤੇ ਸੂਮ ਹੁੰਦਾ ਜਿਹੜਾ ਉਹ ਮਤਲਬ ਕਿ ਦਾਨ ਨਹੀਂ ਕਰਦਾ ਕਦੇ ਵੀ, ਉਹ ਧਨ ਨੂੰ ਜੋੜਦਾ ਬਸ। ਸਖੀ ਤੇ ਸੂਮ ਇੱਕ ਦੂਜੇ ਦੇ ਵਿਰੋਧੀ ਹੋ ਗਏ ਨਾ, ਇੱਕ ਦਾਨ ਕਰਨ ਵਾਲਾ ਤੇ ਇੱਕ ਦਾਨ ਨਹੀਂ ਕਰਨ ਵਾਲਾ। ਹੁਣ ਇਹਦੇ ਵਿੱਚ ਕੀ ਹੈ, ਸਖੀ ਨਾਲੋਂ ਸੂਮ ਚੰਗਾ ਜੋ ਤੁਰਤ ਦੇਵੇ ਜਵਾਬ। ਜਦੋਂ ਕੋਈ ਸਿੱਧੀ ਨਾ ਕਰਨ ਦੀ ਬਜਾਏ ਲਾਰੇ ਲਾ ਕੇ ਕਵੇ ਵੀ ਕੰਮ, ਲਾਰੇ ਵੀ ਲਾਵੇ ਤੇ ਕੰਮ ਵੀ ਨਾ ਪੂਰਾ ਕਰੇ, ਆਪਾਂ ਉਦੋਂ ਕਹਿ ਦਿੰਦੇ ਹਾਂ ਵੀ ਸਖੀ ਨਾਲੋਂ ਸੂਮ ਚੰਗਾ ਜੋ ਤੁਰਤ ਦੇਵੇ ਜਵਾਬ। ਹੁਣ ਸੂਮ ਬੰਦੇ ਨੂੰ ਪੁੱਛੋਗੇ ਤੁਸੀਂ ਵੀ ਹਾਂ ਵੀ ਸਾਨੂੰ ਪੈਸੇ ਚਾਹੀਦੇ ਆ, ਸੂਮ ਬੰਦਾ ਤੇ ਉਦੋਂ ਹੀ ਜਵਾਬ ਦੇ ਦੂਗਾ, ਬਾਈ ਮੇਰੇ ਕੋਲ ਹੈ ਨਹੀਂ, ਮੇਰੇ ਕੋਲ ਤੇ ਉਹਦਾ ਵੀ ਹੈ ਨਹੀਂ, ਅਗਲਾ ਇਹ ਕਹਿ ਦੂਗਾ। ਤੇ ਉਹ ਇਹਦੇ ਵਿੱਚ ਕੀ ਆ, ਅਖਾਣ ਦੇ ਵਿੱਚ ਕੀ ਆ, ਸਖੀ ਨਾਲੋਂ ਸੂਮ ਚੰਗਾ। ਸਖੀ ਬੰਦਾ ਸੋਚਦਾ ਵੀ ਚਲੋ ਵੀ ਇਹਦਾ ਭਲਾ ਕਰ ਦਾਂਗੇ ਆਪਾਂ, ਕਿਤੇ ਦੇ ਦਾਂਗੇ ਪੈਸੇ, ਪਰ ਨਹੀਂ ਹੁੰਦੇ ਕਈ ਵਾਰੀ, ਇਸ ਕਰਕੇ ਨਹੀਂ ਦਿੱਤੇ ਗਏ। ਉਹਦੇ ਵਾਸਤੇ ਵਰਤਿਆ ਜਾਂਦਾ ਹੈ ਕਿ ਸਖੀ ਨਾਲੋਂ ਸੂਮ ਚੰਗਾ ਜੋ ਤੁਰਤ ਦੇਵੇ ਜਵਾਬ। ਇਹਦਾ ਅਰਥ ਹੈ ਜਦੋਂ ਕੋਈ ਸਿੱਧੀ ਨਾ ਕਰਨ ਦੀ ਬਜਾਏ ਮਤਲਬ ਕੀ ਹੈ ਕਿ ਲਾਰੇ ਲਾ ਕੇ ਤੇ ਫਿਰ ਵੀ ਕੰਮ ਨਾ ਪੂਰਾ ਕਰੇ, ਉਦੋਂ ਆਪਾਂ ਇਸ ਅਖਾਣ ਦੀ ਵਰਤੋਂ ਕਰਦੇ ਹਾਂ। ਅਗਲਾ ਆਪਸ਼ਨ ਹੈ 100 ਹੱਥ ਰੱਸਾ ਸਿਰੇ 'ਤੇ ਗੰਢ। ਇਹਦਾ ਮਤਲਬ ਕੀ ਹੈ ਕਿ ਜਦੋਂ ਬਹੁਤ ਜ਼ਿਆਦਾ ਕੋਸ਼ਿਸ਼ਾਂ ਕਰਨੀਆਂ ਤੇ ਨਤੀਜਾ ਕੋਈ ਵੀ ਨਾ ਨਿਕਲਣਾ, ਆਪਾਂ ਉਹਦੇ ਵਾਸਤੇ ਅਖਾਣ ਵਰਤਦੇ ਹਾਂ 100 ਹੱਥ ਰੱਸਾ ਸਿਰੇ 'ਤੇ ਗੰਢ। ਮਤਲਬ ਕੀ ਹੈ ਕਿ ਰੱਸੇ ਦੀ ਜਿਹੜੀ ਲੈਂਥ ਆ ਉਹਨੂੰ ਮਿਲਣ ਵਾਸਤੇ ਕਿਹਾ ਵੀ 100 ਹੱਥ ਰੱਸਾ ਤੇ ਉਹਦੀ ਗੰਢ ਹੈ ਜਿਹੜੀ ਉਹ ਸਿਰੇ 'ਤੇ ਆ। ਵੀ ਕਿੰਨੇ ਵੀ ਯਤਨ ਕਰ ਲਓ, ਮਤਲਬ ਕਿ ਇਹ ਗੰਢ ਉਹਦੀ ਸਿਰੇ 'ਤੇ ਹੀ ਰਹਿਣੀ ਹੈ, ਯਤਨ ਮਤਲਬ ਕੋਈ ਨਤੀਜਾ ਨਾ ਨਿਕਲਣਾ। ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ। ਇਹ ਆ ਜਿਹੜਾ ਇਹ ਅਖਾਣ ਵਰਤਿਆ ਜਾਂਦਾ ਜਦੋਂ ਆਪਾਂ ਕਿਸੇ ਨੂੰ ਮਤਲਬ ਕਿ ਜਦੋਂ ਬਿਨਾਂ ਬੁਲਾਏ ਕਿਸੇ ਦੇ ਕੰਮ ਵਿੱਚ ਅੱਗੇ ਹੋ ਕੇ ਦਖਲਅੰਦਾਜ਼ੀ ਦੇਵੇ। ਜਦੋਂ ਕੋਈ ਕਿਸੇ ਨੂੰ ਸੱਦਿਆ ਨਾ ਹੋਵੇ ਤੇ ਬਿਨਾਂ ਕੰਮ ਤੋਂ ਅੱਗੇ ਹੋ ਕੇ ਕੰਮ ਦੇ ਵਿੱਚ ਦਖਲਅੰਦਾਜ਼ੀ ਕਰੇ ਆਪਣੀ, ਆਪਾਂ ਉਦੋਂ ਕਹਿ ਦਿੰਦੇ ਹਾਂ ਵੀ ਸੱਦੀ ਨਾ ਬੁਲਾਈ, ਨਾ ਤੈਨੂੰ ਸੱਦਿਆ ਨਾ ਤੈਨੂੰ ਬੁਲਾਇਆ, ਤੂੰ ਐਵੇਂ ਹੀ ਲਾੜੇ ਦੀ ਪ੍ਰਾਹੁਣੇ ਦੀ ਤਾਈ ਬਣੀ ਜਾਂਦੀ ਹੈ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ, ਦੇ ਭਾਵ ਪ੍ਰਗਟ ਕਰਨ ਲਈ ਕਿਹੜਾ ਅਖਾਣ ਵਰਤਿਆ ਜਾਂਦਾ ਹੈ। ਦੇਖੋ ਜੀ ਕਿਹੜਾ ਅਖਾਣ ਵਰਤਿਆ ਜਾਂਦਾ ਹੈ, ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਹੱਥ ਕੰਗਣ ਨੂੰ ਆਰਸੀ ਕੀ ਤੇ ਪੜ੍ਹੇ ਲਿਖੇ ਨੂੰ ਫਾਰਸੀ ਕੀ, ਕਹਿੰਦੇ ਹੁੰਦੇ ਆ ਨਾ, ਹੱਥ ਕੰਗਣ ਨੂੰ ਆਰਸੀ ਕੀ। ਇਹਦੇ ਵਾਸਤੇ ਆ ਵੀ ਜਦੋਂ ਕੋਈ ਗੱਲ ਛੁਪਾਈ ਨਾ ਜਾ ਸਕੇ, ਹੈ ਨਾ, ਵੀ ਹੁਣ ਹੱਥ ਦੇ ਵਿੱਚ ਪਾਇਆ ਹੋਵੇ ਕੰਗਣ ਤੇ ਉਹਦੇ ਵਾਸਤੇ ਸੀਸਾ ਵੇਖਣ ਜਾਣਾ ਪੈਂਦਾ ਹੈ ਕਿ ਕਿਤੇ, ਹੱਥ ਕੰਗਣ ਨੂੰ ਆਰਸੀ ਕੀ, ਵੀ ਸ਼ੀਸ਼ਾ ਵੇਖਣ ਦੀ ਲੋੜ ਆ ਕਿ ਹੱਥ 'ਚ ਕੰਗਣ ਪਾਇਆ, ਕਿਉਂਕਿ ਹੱਥ 'ਚ ਕੰਗਣ ਪਾਇਆ ਜਿਹੜਾ ਉਹ ਪ੍ਰਤੱਖ ਸਾਹਮਣੇ ਦਿੰਦਾ। ਇਸ ਕਰਕੇ ਹੁਣ ਅੱਗੇ ਦੇਖੋ ਇਹਦੇ ਵਾਸਤੇ ਆਪਾਂ ਜਿਹੜਾ ਇਸ ਅਖਾਣ ਵਾਸਤੇ ਕੀ ਹੈ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਾ ਹੋਣਾ। ਇਹਦਾ ਸਹੀ ਆਪਸ਼ਨ ਸੀਗਾ ਜਿਹੜਾ ਆਪਾਂ ਸੁਣ ਲਿਆ। ਦੂਜਰੇ ਜਿਹੜੇ ਗਲਤ ਆਪਸ਼ਨ ਆ ਉਹਨਾਂ ਦੇ ਵੀ ਸੁਣ ਲਓ। ਸਰਫਾ ਕਰਕੇ ਸੁੱਤੀ ਆਟਾ ਖਾ ਗਈ ਕੁੱਤੀ। ਜਦੋਂ ਸੂਮਾ ਵਾਂਗ ਧਨ ਇਕੱਠਾ ਕੀਤਾ ਹੋਵੇ ਤੇ ਪਰ ਉਹ ਸਾਰਾ ਨਾਸ ਹੋ ਜੇ, ਵੀ ਸਰਫਾ ਕਰਕੇ, ਸਰਫਾ ਮਤਲਬ ਹੁੰਦਾ ਥੋੜ੍ਹਾ ਥੋੜ੍ਹਾ ਕਰਕੇ ਕਿਸੇ ਚੀਜ਼ ਨੂੰ ਜੋੜਨਾ, ਉਹਨੂੰ ਕਹਿ ਦਿੰਦੇ ਸਰਫਾ। ਸਰਫਾ ਕਰਕੇ ਸੁੱਤੀ ਮਤਲਬ ਥੋੜ੍ਹਾ ਥੋੜ੍ਹਾ ਕਰਕੇ ਜੋੜਿਆ, ਮਤਲਬ ਆਟਾ ਜੋੜਿਆ ਹੋਣਾ ਕਿਸੇ ਨੇ ਤੇ ਆਟਾ ਖਾ ਗਈ ਕੁੱਤੀ। ਉਹ ਰਾਤ ਨੂੰ ਕੀ ਹੋਇਆ, ਫੀਮੇਲ ਡੌਗ ਆਈ ਤੇ ਉਹਨੇ ਸਾਰਾ ਜਿਹੜਾ ਆਟਾ ਸੀ ਉਹ ਖਾ ਗਈ। ਤੇ ਇਸ ਕਰਕੇ ਆਪਾਂ ਉਹਦੇ ਵਾਸਤੇ ਆਪਾਂ ਕਹਿ ਦਿੰਦੇ ਹਾਂ ਕਿ ਜਦੋਂ ਸੂਮਾ ਵਾਂਗ ਧਨ ਇਕੱਠਾ ਕੀਤਾ ਹੋਵੇ ਤੇ ਉਹ ਸਾਰਾ ਨਾਸ ਹੋ ਜੇ। ਉਹਨੇ ਵਿਚਾਰੀ ਨੇ ਆਟਾ ਇਕੱਠਾ ਕੀਤਾ ਤੇ ਉਹ ਸਾਰੇ ਆਟੇ ਨੂੰ ਕੁੱਤੀ ਮੂੰਹ ਮਾਰ ਗਈ। ਸਾਰੀ ਰਾਤ ਭੰਨੀ ਤੇ ਕੁੜੀ ਜੰਪੀ ਅੰਨੀ। ਜਦੋਂ ਕੋਈ ਬਹੁਤ ਹੀ ਮਿਹਨਤ ਕਰੀਏ ਆਪਾਂ ਤੇ ਉਹਦਾ ਨਤੀਜਾ ਮਾੜਾ ਨਿਕਲੇ, ਹੈ ਨਾ, ਵੀ ਉਹਦਾ ਮਤਲਬ ਜਿਹੜਾ ਮਤਲਬ ਜੋ ਆਪਾਂ ਲਾਭ ਲੈਣਾ ਚਾਹੁੰਦੇ ਸੀ ਉਹ ਲਾਭ ਨਾ ਮਿਲੇ, ਉਹਦਾ ਨਤੀਜਾ ਜਿਹੜਾ ਉਹ ਬੁਰਾ ਨਿਕਲੇ। ਬਹੁਤ ਆਪਾਂ ਮਿਹਨਤ ਕਰੀਏ ਤਾਂ ਉਹਦੇ ਵਾਸਤੇ ਆਪਾਂ ਕਹਿ ਦਿੰਦੇ ਸਾਰੀ ਰਾਤ ਭੰਨੀ ਤੇ ਕੁੜੀ ਜੰਮ ਪਈ ਅੰਨੀ। ਉਹਦੇ ਵਾਸਤੇ ਆਪਾਂ ਵਰਤਦੇ ਹਾਂ ਅਖਾਣ। ਹਾਥੀ ਲੰਘ ਗਿਆ
पूछ रह गई, जदों सारा काम हो जाए लगभग पर थोड़ा जिहा काम अटक जाए उहदे वास्ते ही है ना, हाथी लंघ गया पूछ रह गई, उस वास्ते वरतते आपां। ते अगला सवाल हुण आ जिहदा सही सीगा वो पूरे 1 करोड़ रुपए जित चुक्या जो उन्होंने कदे नहीं मिलणगे। को ना चली बाबा ध्याई, इस अखाण तो की भाव है? थोड़ा काम करके थक जाना है ना, कोस जिन्हों कह दें कोस, को ना चली बाबा ध्याई, ध्याई का मतलब प्यासी, भी मतलब कि थोड़ा एक कोस भी ना चलना तो नाल ही प्यास लग जानी है ना, उहदे वास्ते आप कह सकते हैं भी आप की वरतते हैं, को ना चली बाबा ध्याई अखाण तो भाव है थोड़ा काम करके थक जाना। अगला प्रश्न, जदों कोई चीज़ कोल होवे पर उसनूं किते दूर लभदे फिरीए उहदे वास्ते आपां किहड़े अखाण की वरतों करते हैं जी? सी नंबर ऑप्शन वेख लो, कुछड़ कुड़ी ते शहर ढंडोरा। कुछड़ हुंदा गोदी, गोदी दे विच होवे अपने बच्चा ते आपां उहनूं शहर दे विच लभदे फिरीए, आपां उहनूं कह दिंदे आ कुछड़ कुड़ी ते शहर ढंडोरा। मतलब कि भी कोई चीज़ कोल होवे ते आपां उसनूं दूर लभदे फिरीए। दूसरे ऑप्शन देख लो, कखां दी कुली दंद खंड दा प्रणाला, बाहरों बड़ा मतलब टीप टाप, बाहरों मतलब बड़ा सोहना होवे पर अंदरों कुछ भी ना होवे, आप उहदे वास्ते वरतदे आ कखां दी कुली दंद खंड दा प्रणाला। मतलब कि कुली ते कखां दी होवे ते प्रणाला जिहड़ा बड़ा चंगा संगार के सोहना लाया होवे। प्रणाला मतलब कोठे दे उत्तों पानी जदों मींह आउंदा तां उदों प्रणाले दे राहीं बाहर आउंदा, उहनूं कहिंदे प्रणाला। हीले रिजक बहाने मौत, इस अखाण का मतलब है कि जदों कोई काम ना करे तो वेला ही जिंदगी जी जाए, आपां उहनूं उदों किहड़ा अखाण वरतदे आ? हीले रिजक बहाने मौत। हुण एक होर है जी अखाण, हाड़ सुके ना सौण हरे। जदों कोई सदा इक्को जी हालात च रहे भी अगला कहंदा भी आपां उहनूं पुछ लईए भी हाँ भी की हाल है तेरे, अगला अगों आखे कि हाड़ सुके ना सौण हरे, कहता भी साडा हाड़ भी हाड़ ना साडा मतलब सुकदा ते ना साडा कदे सौण हरिया जांदा है ना। जदों किसी कोलों काम पूरा हो जाण ते उसनूं भुल जाना, किहड़ा आपां अखाण वरतदे आ? भी देखो 20 नंबर ऑप्शन है, कोठा उसरिया तरखाण विसरिया। ये मेरी जात ते है मुहावरा, ये अखाण है जिहड़ा मेरी जात ते है, कोठा उसरिया तरखाण विसरिया। भी जदों मान लो कोठा घर दे विच मकान पै गए उदों तरखाण नूं उदों मिस्त्री नूं कौन पुछदा है ना, तो सच्ची गल हो जानी है जदों तुहाडी रीट च सिलैक्शन हो गया तुसीं कित्थे पुछना मैनूं, इवें होनी है। कोठा उसरिया तरखाण विसरिया है ना, तो मतलब कि अपना काम कीता ते खसमां नूं खावे जमीता, अपना काम करया ते मतलब एक होर भी है ना, अपना काम बनता भाड़ में जाए जनता। ये सारियां दे जिहड़े अखाणां दे भाव है ये इक्को ही निकलदे आ, अपना काम कीता ते खसमां नूं खावे जमीता, कोठा उसरिया ते तरखाण विसरिया। जाति कई ना मुहावरे आपां सोचदे भी ये जातिगत मुहावरे आ पर असल दे विच नहीं हुंदे, क्योंकि जरूरी थोड़ा भी हुण काम है जिहड़ा उसारी वाला भी कोठे उसारी वाला काम तरखाण ही करे, जरूरी नहीं हुंदा। भी हुण जिवें एक होर भी पढ़दे आ भी भुखे जट कटोरा लभा पानी पी पी आफरिया, एक होर आपां अखाण पढ़दे हुंदे आ। ते हुण मान लो हुण जिहड़े मान लो कि मतलब जट कास्ट नाल संबंधित आ वो तो मूँह वट के बह जाण भी ते सानूं क्या, असल दे विच इस तरह नहीं हुंदा। मतलब वो एक सिंबल लिया हुंदा भी मतलब की है, क्योंकि जिहड़ी कोई समा हुंदा सीगा अज भी टाइम कि जिहड़ी जट कौम है जिहड़े मतलब जट सिख लोगों का आपां कह सकते हैं भी वो मतलब कि अमीर मन्ने जांदे हमेशा तो ही पहले दिन तो ही, तो पर वह मतलब हो गया भी मान लो जे कोई इक्केदम हुण इहदा कोई जात नाल संबंध नहीं गा इस अखाण का, आ जिहड़ा कोठा उसरिया तरखाण विसरिया ते आ जिहड़ा भुखे जट कटोरा लभा पानी पी पी आफरिया, ये अखाणा दा जाति नाल कोई संबंध नहीं हैगा। हुण इहदे विच की आ भी कोई बंदा मान लो भुखा होए मान लो कोई तो उहनूं एकदम कोई चीज़ मिल जे तो वह खा के तो वह मतलब की है भी अपना वह हंकार वध जे, आपां उदों उहदे वास्ते अखाण वरतदे आ भी भुखे जट कटोरा लभा पानी पी पी आफरिया। होर देखो जी ऑप्शन अगे, हाँ जी कोठा उसरिया तरखाण विसरिया हो गया इहदा सही ऑप्शन। गलत ऑप्शन भी देख लो, कुत्ता राज बहालिया फिर चक्की चट्टा। कुत्ते नूं कहंदे भी भावें राज ते बहा दो भावें राज गद्दी ते बिठा दो, उन्हें आखिर नूं चक्की ही चटनी है। हुण इहदा अर्थ सुन लो की है भी नीच बंदा जिहड़ा वो नीच ही काम करूगा, कुत्ता जिहड़ा कुत्ते दा काम की है चट्टना चक्कियां चट्टनियां है ना, कोई भी भांडा वेखिया वो चट लिया उन्होंने मूँह मार लिया। इस करके कुत्ते नूं राज ते बिठाउण दा कोई फायदा नहीं है।
कणक खेत कुड़ी पेट आ जवाइया मंडे खा। वो कहते हैं ना भी अखे वो अपने पिंड वसिया नहीं तो चोर पहला ही पै गए, है ना। वो गल हो गई है भी कणक खेत कुड़ी पेट आ जवाइया मंडे खा। काम करन तो पहला ही फल की इच्छा करी जानी, है ना। भी हुण कणक पई है खेत दे विच, मंडे काहदे बनाउणे कणक दे, है ना। तो कुड़ी है जिहड़ी वो हजे पेट दे विच आ, तो पहला ही मतलब सोची जाना भी जवाई नूं सद्दांगे, भी मतलब कुड़ी तां पेट च है, हजे कुड़ी दा जन्म नहीं होया। तो वह मतलब की है भी इमैजीनेशन कल्पना दे विच ही उहदा विआह करता विचारी दा। जवाई नूं सद के ते वो जिहड़े खेत च पई सी कणक उहनूं लिया के घरे ते मंडे बना के भी खवाते जवाई नूं। हुण इहदा अर्थ वेख लो की है भी काम करन तो पहला ही फल की इच्छा की ना, भी काम तो होया ही नहीं, भी कुड़ी तो पेट च ही है, हजे कुड़ी का तो जन्म नहीं होया। कला कलंदर वसे ते घड़ियों पानी नसे। मतलब की है कि घर में दुबदा पै जाए जदों तो सारे काम खराब हो जाते हैं। उहदे वास्ते आपां किहड़ा खाण वरतदे आ, कला कलंदर वसे घड़ियों पानी नसे। अगला सवाल सुनो की है, गौ भुनावे जौ। ਇਹਦਾ मतलब की है, इस अखाण का अर्थ है कि मतलब ਲਈ सब कुछ करना पैंदा है। अगला क्वेश्चन ਜਿਹੜਾ हैगा, गौ भनावे जौ अखाण का की अर्थ है भी, ये सी नंबर ऑप्शन सही है। ਇਹਦਾ मतलब ਲਈ सब कुछ करना पैंदा है। ਜਦੋਂ कोई चीज़ थोड़ी होवे पर लोड़वंद बहुते होण, इस भाव ਨੂੰ प्रगट करने ਲਈ ਕਿਹੜੇ अखाण की वरतों करते हैं ਆਪਾਂ। देखो ਕਿਹੜੇ अखाण की वरतों करते हैं, घड़े ਨੂੰ हथ लाया सारा टब्बर ते आया, है ना। ਜਦੋਂ कोई चीज़ थोड़ी होवे तो लोड़वंद बहुते होण, मतलब की है भी एक नूं चीज़ दईए तो सारे मंगण लग पैण, है ना। दूजे अर्थां दे विच जदों कोई चीज़ थोड़ी है उस दे लोड़वंद बहुते है तो उहदे वास्ते आपां अखाण वरतदे आ भी घड़े नूं हथ लाया सारा टब्बर ते आया। हुण इहदे दूजे ऑप्शन सुन लो, ये तो सही ऑप्शन सी। दूसरे, गरीबा रखे रोजे दिन वड्डे आए। ਇਹਦਾ अर्थ है, इस अखाण का अर्थ है कि पुण्य जां भले काम करन लई लोड़ तो वध मेहनत करनी पवे। जदों आपां काम कोई पुण्य जां पुण्य वाला करना होवे तो उस पुण्य का काम जां भले का काम करने वास्ते आपां नूं हद तो ज़्यादा जदों मेहनत करनी पवे, आपां उदों वरतदे आ किहड़ा अखाण, गरीबा रखे रोजे दिन वड्डे आए। सियासत में ज़रूरी है खदारी समझता है, वो रोज़ा तो नहीं रखता मगर इफ्तारी समझता है। मैं क्या रोजे की गल आई है, चलो एक शेर सुना दिए तुहानूं, तुहाडा दिल खुश हो जाए। अगला जिहड़ा हैगा अखाण, गोली किहदी ते गहणे किहदे। हर मामले च किसी के अनुसार चलीए जदों आपां मान ला तो उदों हुण गोली है जिहड़ी एक गुलाम बंदा ते उहदे जिहड़े गहणे आ वो भी मतलब किसी दे है ना। इस करके आपां उहदे वास्ते हुण गुलाम बंदा जिहड़ा वो किसी का अनुसरण करता है, किसी नूं फॉलो करता है ना। इस करके हर मामले च किसी के अनुसार चलना, किसी के पिछे चलना, किसी के इंस्ट्रक्शन दे विच चलना, आपां उहदे वास्ते वरतदे आ गोली किहदी ते गहणे किहदे। अगला जिहड़ा अखाण है, गल पिया ढोल वजाउणा पैंदा है। मजबूरी दे भार हेठ काम करना, है ना। मजबूरी दे भार हेठ काम करने वास्ते आपां अखाण वरतदे आ भी गल दे विच पिया ढोल ते आपां नूं वजाउणा ही पऊगा उहनूं, भावें वजाउणा आउंदा नहीं आउंदा वजाई जाओ बस। जिहदी कोठी दाणे, अगला क्वेश्चन, जिहदी कोठी दाणे ओहदे कमले भी सियाणे। इस अखाण का की भाव है जी, सी नंबर ऑप्शन सही है कि अमीर दी औलाद मूर्ख होंदियां होयां भी सियाणी समझी जाती है। जिहदी कोठी दाणे मतलब जिहदे घर दे विच दाणे अनाज बहुत सारा, मतलब अमीर बंदा। जिहदी कोठी दाणे ओहदे कमले भी सियाणे। भले पुरुष की निंदिया करन ते खुद की बदनामी होने के भाव नूं किस अखाण राहीं प्रगट किया जाता है। भले पुरुष की निंदिया ते खुद की बदनामी वास्ते चन्न ते थुक्या अपने मूँह ते ही पैंदा है। यही है ना सही ऑप्शन इहदा कि चन्न ते थुक्या अपने मूँह ते पैंदा है। हुण इहदा ये सही ऑप्शन सी। दूसरे जिहड़े गलत ऑप्शन है उन्हां दे भी व्याख्या सुन लो की है। चिड़ियां दी मौत गवारां दा हासा। इस अखाण का अर्थ है कि किसी गरीब नूं दुखी देख के खुश होना, उन्होंने कहा जाता है चिड़ियां दी मौत गवारां दा हासा। गवार कहा जाता मूर्ख आदमी नूं। हुण अगला ऑप्शन देख लो, चोरां दे कपड़े डांगां दे गज। ਇਹਦਾ मतलब की है भी चोर का माल मोरी च, चोरी का माल मोरी च, मुफ्त का माल आ जिहड़ा वो सारिਆਂ ਨੂੰ चंगा लगता है। ਉਹਦੇ वास्ते ਆਪਾਂ अखाण वरतਦੇ ਆ चोरां दे कपड़े डांगां दे गाज। हुण देखो गल की होई होनी है, मैं सोचदा कई बारी आपदे हिसाब नाल भी कई चीज़ां चला लैणीਆਂ ਚਾਹੀਦੀਆਂ
ਵੀ ਜਿਵੇਂ ਹੁਣ ਕੀ ਆ ਵੀ ਚੋਰਾਂ ਨੇ ਕਿਤੇ ਚੋਰੀ ਕੀਤੀ ਹੋਣੀ ਹੈ, ਉਹ ਕਿਤੋਂ ਥਾਨ ਕੱਪੜਿਆਂ ਦਾ ਚੱਕ ਲਿਆਏ ਵਿਚਾਰੇ, ਚੋਰੀ ਕੀਤੀ, ਤੇ ਅੱਗੋਂ ਜਿਹਦੇ ਕੋਲ ਗਏ ਥਾਨ ਮਤਲਬ ਵੇਚਣ, ਤੇ ਅੱਗੋਂ ਉਹ ਵੀ ਸਿਰੇ ਦਾ, ਉਹਨੂੰ ਅੱਗੋਂ ਲੱਗਿਆ ਵੀ ਇਹ ਤਾਂ ਚੋਰੀ ਕਰਕੇ ਲਿਆਏ ਆ। ਉਹਨੇ ਕੀ ਕੀਤਾ ਵੀ ਉਹ ਕਹਿੰਦਾ ਵੀ ਮੈਂ ਦੇਖੋ ਜੀ ਇਹ ਸਮਾਨ ਤੁਹਾਡਾ ਚੋਰੀ ਦਾ, ਚੋਰਾਂ ਦੇ ਕੱਪੜੇ, ਮਤਲਬ ਕਿ ਤੁਸੀਂ ਚੋਰਾਂ ਇਹ ਕੱਪੜਾ ਜਿਹੜਾ ਤੁਸੀਂ ਚੋਰੀ ਕਰਕੇ ਲਿਆਏ ਆ, ਅਤੇ ਮੈਂ ਇਹ ਗਜ ਆ ਜਿਹੜਾ ਸਧਾਰਨ ਇਹ ਨਹੀਂ ਵਰਤੂੰਗਾ, ਮੈਂ ਡਾਂਗ ਵਰਤੂੰਗਾ ਗਜ ਦੀ ਥਾਂ 'ਤੇ। ਹੁਣ ਡਾਂਗ ਦੇ ਡਾਂਗ ਕਿੱਡੀ ਵੀ ਲੰਮੀ ਵਰਤ ਲੇ ਅਗਲਾ, ਹੈ ਨਾ, ਵੀ ਭਾਵੇਂ ਕਿੰਨਾ ਮੀਟਰ ਕੱਪੜਾ ਹੋਵੇ, 17 18 20 ਮੀਟਰ ਨੂੰ ਉਹ ਇੱਕ ਡਾਂਗ 'ਚ ਹੀ ਅਗਲਾ ਮਿਲ ਲੇ, ਭਾਵੇਂ ਡਾਂਗ ਹੀ 20 ਮੀਟਰ ਦੀ ਲੈ ਆਵੇ, ਹੈ ਨਾ। ਇਸ ਕਰਕੇ ਕੀ ਆ ਵੀ ਚੋਰੀ ਦਾ ਮਾਲ ਆ ਜਿਹੜਾ ਹਰ ਕਿਸੇ ਨੂੰ ਚੰਗਾ ਲੱਗਦਾ, ਵੀ ਹੁਣ ਚੋਰਾਂ ਨੇ ਲੈ ਆਂਦਾ ਕੱਪੜਾ ਚੋਰੀ ਕਰਕੇ, ਅਤੇ ਅੱਗੋਂ ਜਿਹਦੇ ਕੋਲ ਵੇਚਣ ਗਏ ਉਹਨੂੰ ਵੀ ਚੰਗਾ ਲੱਗੇ, ਉਹ ਕਹਿੰਦਾ ਵੀ ਜਿੱਥੇ ਇਹਨਾਂ ਨੇ ਚੋਰੀ ਕੀਤੀ ਆ ਉੱਥੇ ਆਪਾਂ ਵੀ ਕਰ ਲਈਏ। ਉਹ ਇਹਨੂੰ ਕਿਹਾ ਜਾਂਦਾ ਵੀ ਚੋਰਾਂ ਦੇ ਕੱਪੜੇ ਤੇ ਡਾਂਗਾਂ ਦੇ ਗਜ। ਸਮਝ ਲੱਗ ਗਈ ਹੋਣੀ ਹੈ ਤੁਹਾਨੂੰ। ਅਗਲਾ ਆਪਸ਼ਨ ਆ ਜਿਹੜਾ ਛੱਜ ਤਾਂ ਬੋਲੇ ਛਾਣਨੀ ਕਿਉਂ ਬੋਲੇ। ਜਦੋਂ ਕੋਈ ਮਾੜਾ ਬੰਦਾ ਚੰਗੇ ਦੇ ਔਗਣ ਦੱਸੇ, ਚੰਗੇ ਬੰਦੇ ਦੇ, ਆਪਾਂ ਉਹਦੇ ਵਾਸਤੇ ਵੀ ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ। ਛੱਜ ਅਤੇ ਛਾਨਣੀ ਦੋਵਾਂ ਦੇ ਅਰਥ ਤੁਹਾਨੂੰ ਪਤਾ ਵੀ ਉਹ ਮਤਲਬ ਜਿਹਦੇ ਵਿੱਚ ਆਪਾਂ ਅਨਾਜ ਨੂੰ ਛੱਟਦੇ ਹਾਂ ਛੱਜ, ਅਤੇ ਛਾਨਣੀ ਦਾ ਵੀ ਪਤਾ ਵੀ ਜਿਹੜੀ ਆਪਾਂ ਮਤਲਬ ਪਾਣੀ ਵਗੈਰਾ ਸਾਫ਼ ਕਰਦੇ ਹਾਂ ਛਾਨਣੀ। ਜਦੋਂ ਕਿਸੇ ਘਟਨਾ ਬਾਰੇ, ਅਗਲਾ ਪ੍ਰਸ਼ਨ ਹੈ, ਜਦੋਂ ਕਿਸੇ ਘਟਨਾ ਬਾਰੇ ਕੋਈ ਕੁਝ ਆਖੇ ਅਤੇ ਕੋਈ ਕੁਝ ਆਖੇ, ਇਸ ਨੂੰ ਪ੍ਰਗਟ ਕਰਨ ਲਈ ਕਿਹੜਾ ਅਖਾਣ ਵਰਤਿਆ ਜਾਂਦਾ ਹੈ। ਇਹਦਾ ਸਹੀ ਆਪਸ਼ਨ ਹੈ ਜੀ ਏ, ਜਿੰਨੇ ਮੂੰਹ ਓਨੀਆਂ ਗੱਲਾਂ। ਉਹਦੇ ਵਾਸਤੇ ਆਪਾਂ ਵਰਤਦੇ ਹਾਂ ਵੀ ਜਦੋਂ ਮੰਨ ਲਓ ਗੱਲ ਕੋਈ ਘਟਨਾ, ਉਸ ਘਟਨਾ ਦੇ ਬਾਰੇ ਕੋਈ ਕੁਝ ਕਹਿੰਦਾ ਹੋਵੇ, ਕੋਈ ਕੁਝ, ਜਿੰਨੇ ਮੂੰਹ ਓਨੀਆਂ ਗੱਲਾਂ। ਇਹ ਜਿਹੜੇ ਦੂਸਰੇ ਆਪਸ਼ਨ ਆ ਸੁਣ ਲਓ ਜਿਹੜੇ ਗਲਤ ਹੈ। ਜਾਤ ਦੀ ਕੋੜ ਕਿਰਲੀ ਤੇ ਸ਼ਤੀਰਾਂ ਨੂੰ ਜੱਫੇ। ਇਹ ਜਿਹੜਾ ਅਖਾਣ ਹੈ ਇਹਦਾ ਅਰਥ ਹੈ ਆਪਣੀ ਔਕਾਤ ਤੋਂ ਬਾਹਰ ਜਾ ਕੇ ਤਕੜਿਆਂ ਦੀ ਰੀਸ ਕਰਨੀ। ਉਹਦੇ ਵਾਸਤੇ ਜਾਤ ਦੀ ਕੋਹੜ ਕਿਰਲੀ ਤੇ ਸ਼ਤੀਰਾਂ ਨੂੰ ਜੱਫੇ। ਟਿੰਡ ਦਾਣੇ ਘਰਾਟੀ ਸਾਈਆਂ, ਇੱਕ ਆਪਸ਼ਨ ਹੋਰ ਦਿੱਤਾ ਹੋਇਆ, ਟਿੰਡ ਦਾਣੇ ਘਰਾਟੀ ਸਾਈਆਂ। ਇਹਦਾ ਅਰਥ ਹੈ ਕਿ ਹੱਥ ਪੱਲੇ ਨਾ ਮਾਤਰ ਹੋਣਾ ਤੇ ਬਣਾ ਕੇ ਬਹੁਤ ਸਾਰਾ ਦੱਸਣਾ। ਆਪਾਂ ਉਹਦੇ ਵਾਸਤੇ ਟਿੰਡ ਦਾਣੇ ਮਤਲਬ ਥੋੜ੍ਹੀ ਮਾਤਰਾ 'ਚ ਹੋਣੇ ਦਾਣੇ, ਤੇ ਘਰਾਟੀ ਸਾਈਆਂ। ਟਕੇ ਦੀ ਹਾਂਡੀ ਗਈ, ਕੁੱਤੇ ਦੀ ਜਾਤ ਪਛਾਣੀ ਗਈ। ਇਹ ਅਖਾਣ ਜਿਹੜਾ ਇਹਦਾ ਅਰਥ ਹੈ ਕਿ ਥੋੜ੍ਹਾ ਜਿਹਾ ਨੁਕਸਾਨ ਕਰਾ ਕੇ ਜਦੋਂ ਆਪਾਂ ਨੂੰ ਵੱਡਾ ਤਜਰਬਾ ਹਾਸਲ ਹੋ ਜਾਵੇ, ਉਹਦੇ ਵਾਸਤੇ ਆਪਾਂ ਵਰਤਦੇ ਹਾਂ ਵੀ ਟਕੇ ਦੀ ਹਾਂਡੀ ਗਈ ਤੇ ਕੁੱਤੇ ਦੀ ਜਾਤ ਪਛਾਣੀ ਗਈ। ਅਗਲਾ ਪ੍ਰਸ਼ਨ ਸੁਣੋ। ਟਕੀ ਰਿੱਝੇ ਕੋਈ ਨਾ ਬੁੱਝੇ, ਇਸ ਅਖਾਣ ਤੋਂ ਕੀ ਭਾਵ ਹੈ। ਇਹਦਾ ਸਹੀ ਆਪਸ਼ਨ ਹੈ ਬੀ ਨੰਬਰ। ਜਦੋਂ ਕੋਈ ਗੱਲ ਗੁਪਤ ਰੱਖਣੀ ਹੋਵੇ, ਟਕੀ ਰਿੱਝੇ ਤੇ ਕੋਈ ਨਾ ਬੁੱਝੇ, ਮਤਲਬ ਕੋਈ ਚੀਜ਼ ਰਿੱਝਣਾ ਮਤਲਬ ਪੱਕਣਾ। ਕੋਈ ਚੀਜ਼ ਨੂੰ ਢੱਕ ਕੇ ਪੱਕਣੀ ਰੱਖ ਦਿਓ ਤੇ ਮਤਲਬ ਕੋਈ ਪਤਾ ਨਹੀਂ ਲੱਗਦਾ ਵੀ ਜਦੋਂ ਚੱਕੋਗੇ ਢੱਕਣ ਤੇ ਤਾਂ ਹੀ ਉਹਦੀ ਵਾਸ਼ਨਾ ਤੋਂ ਪਤਾ ਲੱਗੂ ਲੋਕਾਂ ਨੂੰ ਵੀ ਕੀ ਮਤਲਬ ਰੱਖਿਆ ਪੱਕਣ ਵਾਸਤੇ। ਪਰ ਜਦੋਂ ਢੱਕਣ ਚੱਕੋਗੇ ਨਾ ਫਿਰ ਕੋਈ ਪਤਾ ਨਹੀਂ ਲੱਗਦਾ। ਇਹਦਾ ਮਤਲਬ ਕੀ ਹੈ, ਇਹਦਾ ਅਰਥ ਹੈ ਜਦੋਂ ਕੋਈ ਗੱਲ ਗੁਪਤ ਰੱਖਣੀ ਹੋਵੇ। ਜਦੋਂ ਕਿਸੇ ਨਿਕੰਮੀ ਚੀਜ਼ ਨੂੰ ਸ਼ਿੰਗਾਰ ਸਵਾਰਨ ਲਈ ਬਹੁਤਾ ਖਰਚ ਕਰਨਾ ਪਵੇ ਤਾਂ ਕਿਹੜੇ ਅਖਾਣ ਦੀ ਵਰਤੋਂ ਕਰਦੇ ਆ। ਇਹਦਾ ਸਹੀ ਹੈ ਏ ਨੰਬਰ ਆਪਸ਼ਨ। ਢੇਲੇ ਦੀ ਬੁੱਢੀ ਟਕਾ ਸਿਰ ਮਨਾਈ। ਢੇਲਾ ਤੇ ਟਕਾ ਇਹ ਮਤਲਬ ਕੀ ਹੈ, ਇੱਕ ਪੈਸਿਆਂ ਦੀ ਮਤਲਬ ਮੁਦਰਾ। ਢੇਲੇ ਦੀ ਬੁੱਢੀ ਤੇ ਟਕਾ ਸਿਰ ਮਨਾਈ। ਦੇਸੀ ਟੱਟੂ ਖੁਰਾਸਾਨੀ ਦੁਲੱਤੇ। ਅਗਲੇ ਆਪਸ਼ਨ ਵੀ ਸੁਣ ਲਓ। ਦੇਸੀ ਟੱਟੂ ਖੁਰਾਸਾਨੀ ਦੁਲੱਤੇ, ਇਹਦਾ ਮਤਲਬ ਕੀ ਹੈ ਵੀ ਇੱਕ ਹੋਰ ਵੀ ਅਖਾਣ ਹੈ ਕਿ ਦੇਸੀ ਮਿੱਟੀ ਵਲੈਤੀ ਤੂਤ, ਆਪਣਾ ਛੱਡ ਕੇ ਪਰਾਏ ਦਾ ਸਤਿਕਾਰ ਕਰਨਾ। ਉਹਦੇ ਵਾਸਤੇ ਆਪਾਂ ਅਖਾਣ ਵਰਤਦੇ ਹਾਂ ਦੇਸੀ ਟੱਟੂ ਖੁਰਾਸਾਨੀ ਦੁਲੱਤੇ। ਦਾਖੈ ਹਾਥ ਨਾ ਅੱਪੜਾ ਆਖੈ ਥੂ ਕੌੜੀ। ਇਹ ਮਤਲਬ ਕੀ ਆ ਵੀ ਉਹ ਜਿਹੜਾ ਲੋਂਬੜੀ ਵਾਲੀ ਕਹਾਣੀ ਤੁਸੀਂ ਸੁਣੀ ਹੈ ਨਾ, ਕਿ ਉਹ ਅੰਗੂਰ ਖੱਟੇ ਵਾਲੀ। ਦਾਖੈ ਹਾਥ ਨਾ ਅੱਪੜਾ ਆਖੇ ਥੂ ਕੌੜੀ, ਕੋਈ ਚੀਜ਼ ਨਾ ਮਿਲਣ ਤੇ ਉਸ ਚੀਜ਼ ਨੂੰ ਨਿੰਦਣਾ। ਨੱਚਣ ਲੱਗੀ ਤਾਂ ਘੁੰਡ ਕਾਹਦਾ, ਜਦੋਂ ਕੋਈ ਕੰਮ ਕਰੋ ਤਾਂ ਸ਼ਰਮ ਕਾਹਦੀ ਫਿਰ, ਹੈ ਨਾ। ਉਹਦੇ ਵਾਸਤੇ ਆਪਾਂ ਵਰਤਦੇ ਹਾਂ ਵੀ ਨੱਚਣ ਹੀ ਲੱਗੀ ਤਾਂ ਘੁੰਡ ਕਾਹਦਾ। ਅਗਲਾ ਪ੍ਰਸ਼ਨ ਦੇਖੋ। ਪੇਟ ਨਾ ਪਾਈਆਂ ਰੋਟੀਆਂ ਤਾਂ ਸਭੇ ਗੱਲਾਂ ਖੋਟੀਆਂ। ਅਖਾਣ ਦਾ ਕੀ ਅਰਥ ਹੈ। ਸੀ ਨੰਬਰ ਆਪਸ਼ਨ ਸਹੀ ਹੈ। ਜਦੋਂ ਕੋਈ ਬੰਦਾ ਭੁੱਖਾ ਹੋਵੇ ਤਾਂ ਉਸ ਨੂੰ ਹੋਰ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਪੇਟ ਨਾ ਪਾਈਆਂ ਰੋਟੀਆਂ ਤਾਂ ਸਭੇ ਗੱਲਾਂ ਖੋਟੀਆਂ, ਸਾਰੀਆਂ ਗੱਲਾਂ ਬੁਰੀਆਂ ਲੱਗਦੀਆਂ ਉਹਨੂੰ, ਕਿਉਂਕਿ ਵਿਚਾਰਾ ਭੁੱਖਾ ਬੈਠਾ। ਅਗਲਾ ਪ੍ਰਸ਼ਨ। ਜਦੋਂ ਕੋਈ ਬੰਦਾ ਬਹੁਤ ਵਾਰ ਨਾ ਨੁੱਕਰ ਕਰਕੇ ਕੰਮ ਕਰੇ ਪਰ ਠੀਕ ਢੰਗ ਨਾਲ ਨਾ ਕਰੇ, ਉਹਦੇ ਵਾਸਤੇ ਆਪਾਂ ਕਿਹੜੀ ਅਖਾਣ ਦੀ ਵਰਤੋਂ ਕਰਦੇ ਹਾਂ। ਡੀ ਨੰਬਰ ਆਪਸ਼ਨ ਹੈ ਕਿ ਬੱਕਰੀ ਦੁੱਧ ਤਾਂ ਦੇਊਗੀ ਪਰ ਮੇਂਗਣਾ ਪਾ ਕੇ ਦੇਊਗੀ। ਇਹਦਾ ਸਹੀ ਆਪਸ਼ਨ ਹੈ।
दूसरे ऑप्शन सुन लो कि बूहे बैठी जन ते विन्नो कुड़ी दे कन। ਇਹਦਾ ਮਤਲਬ ਇਸ ਅਖਾਣ ਦਾ ਮਤਲਬ ਹੈ ਕਿ ਪਹਿਲਾਂ ਕਿਸੇ ਕੰਮ ਦੀ ਤਿਆਰੀ ਨਾ ਕਰਨੀ ਤੇ ਐਨ ਵਕਤ ਤੇ ਹੱਥ ਪੈਰ ਮਾਰਨੇ। ਹੁਣ ਇਹਦਾ ਅਰਥਾਂ ਤੇ ਜਾਓ, ਇਹਦੇ ਤੇ ਦੇਖੋ, ਬੂਹੇ ਬੈਠੀ ਜਨ ਤੇ ਵਿੰਨੋ ਕੁੜੀ ਦੇ ਕੰਨ, ਵੀ ਮਤਲਬ ਕੁੜੀ ਹੈ ਜਿਹਦਾ ਵਿਆਹ ਰੱਖਿਆ ਹੋਇਆ, ਉਹਦੀ ਮਤਲਬ ਜਨ, ਉਹਦੀ ਬਰਾਤ ਬੂਹੇ ਤੇ ਆਣ ਕੇ ਖੜ ਗਈ ਹੈ ਦਰਵਾਜ਼ੇ ਤੇ ਉਦੋਂ ਮੌਕੇ ਦੀ ਮੌਕੇ ਕੋਈ ਸੋਚੇ ਵੀ ਕੁੜੀ ਦੇ ਜਿਹੜੇ ਕੰਨਾਂ 'ਚ ਬਾਲੀਆਂ ਪਾ ਦਈਏ ਆਪਾਂ, ਵਿੰਨੋ ਕੁੜੀ ਦੇ ਕੰਨ, है ना, मतलब कन्ना च मोरियां कढ़ दिए, तो ये वास्ते यही वरत्या जाऊगा ना। हुण इहदा सही अर्थ यही निकलदा ना भी पहला मौके ते पहला तो काम करना ना कोई, मुड़ के ऐन वक्त ते हत्थ पैर मारी जाने। भुखे दी धी रजी खे उडाउण लगी, बहुता धन आ जाण ते भैड़े काम करने। ਉਹਦੇ ਵਾਸਤੇ ਆਪਾਂ ਵਰਤਦੇ ਹਾਂ ਕਿ ਭੁੱਖੇ ਦੀ ਧੀ ਰੱਜੀ ਖੇ ਉਡਾਉਣ ਲਈ ਲੱਗੀ। ਇੱਥੇ ਨਾ ਮਤਲਬ ਕੀ ਹੈ, ਪ੍ਰਿੰਟਿੰਗ ਮਿਸਟੇਕ ਕਰਕੇ ਗਲਤ ਲਿਖਿਆ ਗਿਆ, ਖੇਡ ਉਡਾਉਣ ਲੱਗੀ ਲਿਖਿਆ ਗਿਆ, ਖੇਡ ਨਹੀਂ ਗਾ ਖੇ। ਖੇ ਦਾ ਮਤਲਬ ਹੁੰਦਾ ਸਵਾਹ ਤੇ ਜਾਂ ਮਿੱਟੀ ਆਪਾਂ ਜਿਹਨੂੰ ਕਹਿ ਦਿੰਦੇ ਹਾਂ। ਖੇ ਉਡਾਉਣ ਲੱਗੀ, ਖੇ ਉਡਾਉਣਾ ਦਾ ਮਤਲਬ ਹੁੰਦਾ ਆਪਣੀ ਇੱਜ਼ਤ ਲਟਾਉਣੀ, ਆਪਣੀ ਮਿੱਟੀ ਪਲੀਤ ਕਰਨੀ। ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ, ਜਦੋਂ ਕੋਈ ਕੀਮਤੀ ਚੀਜ਼ ਸੁੱਖ ਦੀ ਥਾਂ ਤੇ ਦੁੱਖ ਦੇਵੇ, ਹੈ ਨਾ। ਹੁਣ ਕੰਨਾਂ ਦੇ ਵਿੱਚ ਪਾਇਆ ਹੋਵੇ ਸੋਨਾ, ਸੋਨੇ ਦੀਆਂ ਵਾਲੀਆਂ ਪਾਈਆਂ ਹੋਣ, ਪਰ ਉਹ ਵਾਲੀਆਂ ਜਿਹੜੀਆਂ ਉਹ ਚੁਭਣ, ਫਿਰ ਉਹ ਕਿਹੜੇ ਕੰਮ ਦਾ? ਭੱਠ ਪਿਆ ਸੋਨਾ ਮਤਲਬ ਭੱਠੀ 'ਚ ਪਿਆ ਇਹੋ ਜਿਹਾ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਇਸ ਕਰਕੇ ਇਹ ਮਤਲਬ ਕੀ ਹੈ ਵੀ ਕੀਮਤੀ, ਜ਼ਿਆਦਾ ਕੀਮਤੀ ਚੀਜ਼ਾਂ ਵੀ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਦੁਨੀਆ ਦੇ ਉੱਪਰ ਅਮੀਰੀ ਅਤੇ ਗਰੀਬੀ ਦੋਨਾਂ ਦਾ ਵੇਖ ਲਓ ਤੁਸੀਂ, ਦੋਨੇ ਪੀਕ 'ਤੇ ਆ। ਗਰੀਬ ਲੋਕ ਵੀ ਕਿੰਨੇ ਪਏ ਆ, ਅਮੀਰ ਲੋਕ ਵੀ ਕਿੰਨੇ ਪਏ ਆ। ਇਸ ਕਰਕੇ ਕੀ ਹੈ ਕਿ ਭਟਕਤੀ ਹੈ ਹਵਸ दिन रात सोने की दुकानों में। आ ਕੰਨ ਛਦਵਾਉਣ ਤੋਂ याद आ गई गल मैनू कि भटकती है हवस दिन रात सोने की दुकानों में, गरीबी कान छदवाती है तिनका डाल देती है। इस करके तुसी वेख लियो गरीबां दियां लड़कियां दे विचारियां दे कन्नां 'ਚ तिनके पाए हुंदे आ। क्यों? आ खाण दा करके पट पिया सोना जिहड़ा कन्नां नूं खावे, क्योंकि सोना जिहड़ा मतलब कन्नां नूं जिहड़ा खाई जांदा फिर वो किहड़े काम दा? इदू चंगा कन्नां दे विच तीले पा लो। अगला प्रश्न है जी, मन हरामी हुज्जतां ढेर। हुज्जतां का मतलब है कि बेमतलब दलीलबाजी, बहाना। हुज्जत उन्होंने कहते हैं, बहाने बनाने, बेमतलब दियां दलीलां देनियां। तू पढ़दा क्यों नहीं? मेरा सिर दुखदा है। तू पढ़दा क्यों नहीं? मैनू बुखार है, मेरा ढिड दुखदा, एवें करके, है ना। मेरे जी घरों वेल नहीं मिलता जी मैनू, इस तरह करके बहुत बहाने हैं। ਇਹਦਾ ਅਖਾਣ ਦਾ ਅਰਥ ਹੈ ਕਿ ਕੰਮ ਕਰਨ ਦੀ ਨੀਅਤ ਨਾ ਹੋਣ ਤੇ ਫਜ਼ੂਲ ਬਹਾਨੇ ਬਣਾਉਣੇ। ਸੀ ਨੰਬਰ ਆਪਸ਼ਨ ਸਹੀ ਹੈ। ਅਗਲਾ ਪ੍ਰਸ਼ਨ ਹੈ, ਜਦੋਂ ਦੋ ਬੇਮੇਲ ਚੀਜ਼ਾਂ ਦਾ ਮੇਲ ਹੋ ਜਾਵੇ ਉਹਦੇ ਵਾਸਤੇ ਆਪਾਂ ਕਿਹੜੇ ਅਖਾਣ ਦੀ ਵਰਤੋਂ ਕਰਦੇ ਹਾਂ? ਰੱਬ ਮਿਲਾਈ ਜੋੜੀ ਇੱਕ ਅੰਨਾ ਤੇ ਇੱਕ ਕੋੜੀ। ਇਹਦੇ ਇਹੀ ਹੈ ਨਾ, ਦੋ ਬੇਮੇਲ ਚੀਜ਼ਾਂ ਹੈ ਨਾ, ਇੱਕ ਅੰਨਾ ਹੈ ਤੇ ਇੱਕ ਕੁਸ਼ਟ ਰੋਗੀ ਹੈ। दूसरे ऑप्शन सुन लो, मुद्दा ही सुस्त गवाह चुस्त। ये आप पिछे गल कर ली भी संबंधित पुरुष तो चुप रहे, दूजा एवं ही रौला पाई जाए। माड़ा ढग्गा 36 रोग मतलब की है भी एक पहला ही मतलब कोई होवे भी जिमें मतलब पहला ही कोई कमज़ोर होवे, है ना, तो उत्तों उन्होंने होर बीमारियां लगियां होण, है ना। ये मिलता जुलता एक होर भी है ना, भी एक तो पहला ही गंजी सी तो उत्तों कहते गड़े पै गए। एवं ही होया ना भी एक तो पहले मतलब टिंड कढ़ा रखी सी तो उत्तों गड़े पै जाण, भी मतलब एक तो पहला ही नुकसान उत्तों नुकसान होर हो जाए। तो उवें ही यह है भी पहले ही कमज़ोर होवे तो उत्तों बीमारियां दा पट्टिया होवे कोई बेचारा। माड़ा ढग्गा 36 रोग, रस्सी सड़ गई पर वट ना गया। जदों कोई नुकसान होण ते भी कोई अपनी हैंकड़, कोई अपनी आकड़, कोई अपना हंकार ना छड्डे। आपां उदों कहने भी रस्सी सड़ गई पर बल नहीं गया। अगला प्रश्न, विआह विच बी दा लेखा अखाण तो की भाव है? ਇਹਦਾ मतलब है कि जरूरी मामले ते विचार करन समय फजूल दियां गल्लां करनियां, फालतू दियां गल्लां करनियां। हुण विआह दे विच बी दा लेखा कौन मंगदा, है ना। विआह दे विच तां विआह वाले काम नहीं मुक्कदे हुंदे। नैक्सट ते लास्ट प्रश्न आपकी मोबाइल स्क्रीन पर ये रहा, विहार कीतियां ही चंगे मंदे सुभाਅ दा पता लगदा है। ਇਹਦੇ ਲਈ ਕਿਹੜੇ ਅਖਾਣ ਦੀ ਵਰਤੋਂ ਕਰਦੇ ਆ ਆਪਾਂ ਜੀ? ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ। ਜਿਵੇਂ ਮੰਨ ਲਓ ਆਪਾਂ ਕਿਤੇ ਜਾਣਾ ਹੋਵੇ ਤਾਂ ਉਸ ਰਸਤੇ 'ਤੇ ਆਪਾਂ ਚੱਲਾਂਗੇ, ਫਿਰ ਹੀ ਆਪਾਂ ਨੂੰ ਪਤਾ ਲੱਗੂ ਵੀ ਰਸਤਾ ਕਿਹੋ ਜਿਹਾ, ਹੈ ਨਾ। ਦੂਸਰੇ ਸੁਣ ਲਓ ਜੀ, ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ। ਇਹ ਆਪਾਂ ਗੱਲ ਕਰ ਚੁੱਕੇ ਹਾਂ ਵੀ ਸੁਭਾਅ ਨਹੀਂ ਬਦਲਦਾ ਹੁੰਦਾ, ਹੈ ਨਾ। ਜਿਵੇਂ ਕਿਸੇ ਨੂੰ ਰੱਸਾ ਚੱਬਣ ਦੀ ਆਦਤ ਪੈ ਜੇ ਨਾ, ਆਪਾਂ ਕਹਿ ਦਿੰਦੇ ਹਾਂ
रसा ਚੱਬਣ ਦੀ ਆਦਤ ਪੈ ਗਈ ਜੀ ਫਲਾਣੇ ਬੰਦੇ ਨੂੰ, ਇਹ ਵੀ ਇੱਕ ਅਖਾਣ ਹੀ ਹੈ। ਉਹਦਾ ਇੱਕੋ ਹੀ ਅਰਥ ਨਿਕਲਦਾ, ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ, ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ, ਇੱਕੋ ਹੀ ਅਰਥ ਹੈ ਇਹਨਾਂ ਦੇ। ਵੇਲੇ ਦੀ ਨਮਾਜ਼ ਪਵੇਲੇ ਦੀਆਂ ਟੱਕਰਾਂ, ਵੇਲਾ ਲੰਘਾ ਕੇ ਕੰਮ ਕੀਤੇ ਦਾ ਕੋਈ ਲਾਭ ਨਹੀਂ, ਠੀਕ ਹੈ ਜੀ, ਹੈ ਨਾ। ਉਹ ਦੂਸਰਾ ਇੱਕ ਹੋਰ ਵੀ ਇਹ ਜਿਹੜਾ ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ, ਇਹਦਾ ਨਾ ਇੱਕ ਬੜਾ ਸੋਹਣਾ ਉਦਾਹਰਨ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਿੱਤਾ। ਮੀਨ ਪਕੜ ਫਾਂਕਿਓ ਅਰ ਕਾਟਿਓ, ਰਾਂਦ ਕੀਓ ਬਹੁਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਣੀ। ਵੀ ਮੀਨ ਮਛਲੀ ਨੂੰ ਪਕੜ ਕੇ, ਮਛਲੀ ਬਣਾਉਣ ਵਾਲੇ ਨੇ ਉਹਨੂੰ ਬੜੇ ਮਤਲਬ ਤਰੀ ਵਾਲੀ ਬਣਾ ਲਈ, ਸੁੱਕੀ ਬਣਾ ਕੇ ਖਾ ਗਿਆ ਅਗਲਾ, है ना। पर की होया, मीन पकड़ फांक्यो और काट्यो, आराध कियो बहुबानी, खंड खंड कर भोजन कीनो तो ना बिसरियो पानी। खंड खंड करके उसका भोजन कर लिया, तो जिन्हें मतलब मछली खाधी तो वह वारी वारी फिर पानी मंगी जाता। ये मतलब की है भी सुभाਅ जिहड़ा कदे नहीं बदलता। मच्छी का सुभाਅ पानी दे विच रहना, तो वेख लो मर के अंदर भी ढिड च भी चल गई तां भी पानी मंगी जाती है। पंचां दा क्या सिर मत्थे, पर नाड़ा उत्थे दा उत्थे। ये जिहड़ा अखाण है, इहदा अर्थ है समझाउण बुझाउण ते भी जदों कोई अपनी जिद तो ना टले। पंचां दा क्या सिर मत्थे, भी उत्थे तां मन जे भी चलो ठीक है कर लांगे, पर असल दे विच काम ते अमल करे ही ना। पंचां दा क्या सिर मत्थे, पर नाला उत्थे दा उत्थे। ये सीगा अपना एक होर प्रश्न। ते एक मैं होर मतलब लिखे सीगे कुछ एक, जिवें ईस भगोल ते कुछ ना फोड़, ये भी लिखिया सी, मैं क्या चलो ये भी दस दूँगा। ईस भगोल ते कुछ ना फोड़ मतलब क्या कि जदों किसी दे भेद खोलिया खराबी वध जाण दा खतरा होवे, जदों मान ला आपां सोचीए भी फलाने बंदे दा भेद खोल दईए, पर वो भेद आ जिहड़ा वो अपने वास्ते खतरनाक साबित हो सके, उहदे वास्ते आपां कह दिंदे आ भी ईस भगोल ते कुछ ना फोड़, भी रहण दो, जिहड़ी गल जिथे पई आ उत्थे रहण दो। ढकी रिझे ते कोई ना बुझे, जदों कोई गल गुप्त रखनी होवे, आ गया सी ये ऑप्शन। उखड़ी विच सिर दिता तां मोलियां दा की डर, जां उखड़ी विच सिर दिता तां मूसड़ दा की डर। हुण अपना सिर मान लो उखड़ी ते मूसड़ जिहड़ा हुंदा है ना, वेखे ये तुसीं कूंडा डंडा जिहनूं कह दिंदे आ, बस ਉਹਦੇ ਨਾਲ मिलदे जुलदा हुंदा उखड़ी ते मूसड़। जदों कोई औखा काम आरंभ कर लईए तां फिर पिछे नहीं हटना चाहिए, इस करके पिछे पैर नहीं पटना। तुसीं अपनी तैयारी है जिहड़ी वो जारी रखनी है। इहनूं कहा जांदा आपां उखड़ी विच सिर दिता तां मूसड़ दा की डर। ये है साडे अखाण। अगली जमात दे विच जल्दी मिलदे हैं। सत श्री अकाल, रब राखा।